ਅੱਜ ਅਸੀਂ ਜਿਸ ਪਾਠ ਨੂੰ ਪੜ੍ਹਨ ਜਾ ਰਹੇ ਹਾਂ ਉਸ ਪਾਠ ਦਾ ਨਾਮ ਹੈ ਸੰਵਿਧਾਨ ਅਤੇ ਕਾਨੂੰਨ। ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ, ਸੰਵਿਧਾਨ ਅਤੇ ਕਾਨੂੰਨ ਦੋ ਅਲੱਗ-ਅਲੱਗ ਵਿਸ਼ੇ ਹੁੰਦੇ ਹੋਏ ਵੀ ਵਾਸਤਵਿਕ ਰੂਪ ਵਿੱਚ ਅੰਤਰ ਸੰਬੰਧਿਤ ਹਨ, ਜਿਸ ਦਾ ਅਰਥ ਇਹ ਹੈ ਕਿ ਸੰਵਿਧਾਨ ਕਾਨੂੰਨ ਤੋਂ ਬਿਨਾਂ ਅਧੂਰਾ ਹੈ ਅਤੇ ਕਾਨੂੰਨ ਸੰਵਿਧਾਨ ਤੋਂ ਬਿਨਾਂ ਅਧੂਰਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ, ਪਰ ਇਸ ਸਮੇਂ ਤੱਕ ਭਾਰਤ ਵਾਸੀਆਂ ਕੋਲ ਦੇਸ਼ ਦਾ ਪ੍ਰਸ਼ਾਸਨ ਚਲਾਉਣ ਲਈ ਸੰਪੂਰਨ ਰੂਪ ਵਿੱਚ ਸੰਵਿਧਾਨ ਮੌਜੂਦ ਨਹੀਂ ਸੀਗਾ। ਇਹ ਸੰਵਿਧਾਨ ਹੁੰਦਾ ਕੀ ਹੈ, ਇਸ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ ਦੇਸ਼ ਦੇ ਦੂਜੇ ਕਾਨੂੰਨਾਂ ਤੋਂ ਸਰਵੋੱਚ ਹੁੰਦਾ ਹੈ। ਵਿਦਿਆਰਥੀਓ, ਇੱਕ ਵਾਰ ਫਿਰ ਧਿਆਨ ਨਾਲ, ਸੰਵਿਧਾਨ ਕੀ ਹੈ ਇਹ ਤੁਸੀਂ ਧਿਆਨ ਨਾਲ ਸੁਣ ਲੈਣਾ ਹੈ। ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ ਅਤੇ ਇਹ ਬਾਕੀ ਕਾਨੂੰਨਾਂ ਤੋਂ ਸਰਵੋੱਚ ਹੁੰਦਾ ਹੈ, ਉੱਪਰ ਹੁੰਦਾ ਹੈ। ਸੰਵਿਧਾਨ ਦੇ ਜਨਮ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਭਾਰਤੀ ਸੰਵਿਧਾਨ ਦੀ ਬਣਤਰ ਲਈ ਇਸ ਦਾ ਢਾਂਚਾ ਤਿਆਰ ਕਰਨ ਲਈ ਦੇਸ਼ ਦੀ ਆਜ਼ਾਦੀ ਤੋਂ ਕਈ ਸਾਲ ਪਹਿਲਾਂ ਹੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਾਰਜ ਸ਼ੁਰੂ ਕੀਤਾ ਜਾ ਚੁੱਕਾ ਸੀ, ਪਰ ਅਸਲ ਕਾਰਜ ਸਾਲ 1946 ਵਿੱਚ ਸ਼ੁਰੂ ਹੋਇਆ। ਭਾਰਤੀ ਸੰਵਿਧਾਨ ਦੇ ਨਿਰਮਾਣ ਵਾਸਤੇ ਇੱਕ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ। ਇਸ ਸੰਵਿਧਾਨ ਸਭਾ ਨੇ 9 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਦੇ ਨਿਰਮਾਣ ਲਈ ਕਾਰਜ ਆਰੰਭ ਕਰ ਦਿੱਤਾ। ਵਿਦਿਆਰਥੀਓ, ਫਿਰ ਇੱਕ ਵਾਰ, ਇਸ ਸੰਵਿਧਾਨ ਸਭਾ ਨੇ ਜਿਹੜੀ ਸੰਵਿਧਾਨ ਦੇ ਨਿਰਮਾਣ ਵਾਸਤੇ ਗਠਿਤ ਕੀਤੀ ਗਈ ਸੀ, ਭਾਵ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ 9 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਦੇ ਨਿਰਮਾਣ ਲਈ ਕਾਰਜ ਆਰੰਭ ਕਰ ਦਿੱਤਾ ਸੀ। ਡਾਕਟਰ ਰਾਜਿੰਦਰ ਪ੍ਰਸਾਦ ਨੂੰ ਇਸ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ। ਕਿਹਨਾਂ ਨੂੰ ਬੇਟਾ? ਡਾਕਟਰ ਰਾਜਿੰਦਰ ਪ੍ਰਸਾਦ ਨੂੰ ਇਸ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ ਸੀ। ਸੰਵਿਧਾਨ ਵਿੱਚ ਅਸੀਂ ਬੇਟਾ ਸ਼ਬਦ ਕਾਨੂੰਨ ਪੜ੍ਹਦੇ ਹਾਂ। ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ ਦਾ ਅਨੁਵਾਦ ਹੈ। ਕਿਸ ਦਾ ਅਨੁਵਾਦ ਬੇਟਾ? ਧਿਆਨ ਨਾਲ, ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ ਦਾ ਅਨੁਵਾਦ ਹੈ। LAW ਲਾਅ। ਲਾਅ ਸ਼ਬਦ ਦੀ ਉਤਪਤੀ ਟਿਊਟੋਨਿਕ ਸ਼ਬਦ ਲੈਗ ਤੋਂ ਹੋਈ ਹੈ, ਜਿਸ ਦਾ ਅਰਥ ਹੈ ਨਿਸ਼ਚਿਤ। ਇਸ ਲਈ ਕਾਨੂੰਨ ਦਾ ਸ਼ਾਬਦਿਕ ਅਰਥ ਹੈ ਕੋਈ ਵੀ ਨਿਸ਼ਚਿਤ ਨਿਯਮ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕੀਤਾ ਗਿਆ ਹੈ।
ਜੇਕਰ ਅਸੀਂ ਸੰਵਿਧਾਨ ਦੀ ਮਸੌਦਾ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਇਸ ਸੰਵਿਧਾਨ ਨੂੰ ਨਿਯਮਤ ਰੂਪ ਦੇਣ ਲਈ 29 ਅਗਸਤ 1947 ਨੂੰ, ਬੇਟਾ ਧਿਆਨ ਨਾਲ ਦੇਖੋ ਤਰੀਕ, 29 ਅਗਸਤ 1947 ਨੂੰ। ਤੇ ਆਪਣਾ ਦੇਸ਼ ਕਦੋਂ ਆਜ਼ਾਦ ਹੋਇਆ ਸੀ? 15 ਅਗਸਤ 1947 ਨੂੰ। ਫਿਰ ਦੁਬਾਰਾ ਇੱਕ ਵਾਰ ਸ਼ੁਰੂ ਕਰਦੇ ਹਾਂ। ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ 1947 ਨੂੰ ਇੱਕ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਕਮੇਟੀ ਨੂੰ ਮਸੌਦਾ ਕਮੇਟੀ ਕਿਹਾ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਨੂੰ ਇਸ ਮਸੌਦਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਕਮੇਟੀ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਸਮੇਤ ਕੁੱਲ 7 ਮੈਂਬਰ ਸਨ। ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ, ਬੇਟਾ ਸਮਾਂ ਧਿਆਨ ਨਾਲ ਸੁਣਿਓ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਾ। ਇੱਕ ਵਾਰ ਬੇਟਾ ਧਿਆਨ ਨਾਲ ਦੁਹਰਾਉਣਾ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਾ। ਸੰਵਿਧਾਨ ਜਾਂ ਕਾਨੂੰਨ ਦੀ ਭੂਮਿਕਾ ਬਾਰੇ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ। ਕਾਨੂੰਨ ਕਿਸੇ ਵੀ ਸੱਭਿਅਕ ਸਮਾਜ ਲਈ ਬਹੁਤ ਜ਼ਰੂਰੀ ਹੁੰਦਾ ਹੈ। ਸਾਰੇ ਸਮੁਦਾਇ, ਸਮੂਹ ਅਤੇ ਸੰਘ ਕਿਸੇ ਨਾ ਕਿਸੇ ਕਾਨੂੰਨ ਅਨੁਸਾਰ ਹੀ ਚਲਾਏ ਜਾਂਦੇ ਹਨ। ਜਿਵੇਂ ਬੇਟਾ ਆਪਣੇ ਸਕੂਲ ਦੇ ਵਿੱਚ ਸਵੇਰ ਦੀ ਸਭਾ ਹੁੰਦੀ ਆ, ਪੜ੍ਹਾਈ ਵਾਸਤੇ ਨਿਸ਼ਚਿਤ ਪੀਰੀਅਡਾਂ ਦੀ ਵੰਡ ਹੁੰਦੀ ਆ, ਖੇਡ ਦੇ ਪੀਰੀਅਡ ਦੀ ਵੰਡ ਹੁੰਦੀ ਆ ਅਤੇ ਸਕੂਲ ਦੇ ਹੋਰ ਕੰਮਾਂ ਦੀ ਵੀ ਵੰਡ ਕੀਤੀ ਹੁੰਦੀ ਆ ਜੋ ਕਿਸੇ ਨਾ ਕਿਸੇ ਨਿਯਮ ਅਨੁਸਾਰ ਹੀ ਕੀਤੇ ਜਾਂਦੇ ਹਨ। ਭਾਰਤੀ ਸੰਵਿਧਾਨ ਵਿੱਚ ਕਾਨੂੰਨ ਦੇ ਸ਼ਾਸਨ ਅਨੁਸਾਰ ਹੀ ਭਾਰਤੀ ਸਰਕਾਰ ਨੇ ਦਾਜ ਰੋਕੂ ਕਾਨੂੰਨ 1961 ਬਣਾਇਆ, ਜਿਸ ਅਨੁਸਾਰ ਦਾਜ ਦੇਣਾ ਜਾਂ ਲੈਣਾ ਜੁਰਮ ਕਰਾਰ ਦਿੱਤਾ ਗਿਆ ਹੈ। ਇਸੇ ਤਰੀਕੇ ਨਾਲ ਵਿਦਿਆਰਥੀਓ, ਜਦੋਂ ਅਸੀਂ ਸੜਕ ਦੇ ਉੱਪਰ ਚੱਲਦੇ ਹਾਂ ਜਾਂ ਸੜਕ ਤੇ ਕੋਈ ਵਾਹਨ ਚਲਾਉਂਦੇ ਹਾਂ, ਸਾਨੂੰ ਉਸ ਸਮੇਂ ਵੀ ਕੁਝ ਨਿਸ਼ਚਿਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਅਗਰ ਅਸੀਂ ਸੜਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਾਂ ਤਾਂ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਹੈ। ਜਦੋਂ ਅਸੀਂ ਸੜਕ ਉੱਪਰ ਨਿਯਮਾਂ ਦੀ ਉਲੰਘਣਾ ਕਰਦੇ ਹਾਂ, ਭਾਵ ਕਾਨੂੰਨ ਦੀ ਉਲੰਘਣਾ ਕਰਦੇ ਹਾਂ, ਤਾਂ ਸਾਨੂੰ ਪੁਲਿਸ ਦੁਆਰਾ ਚਲਾਨ ਦੇ ਰੂਪ ਵਿੱਚ ਉਸ ਦਾ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਇਸ ਕਰਕੇ ਕਾਨੂੰਨ ਇੱਕ ਨਿਸ਼ਚਿਤ ਨਿਯਮ ਨੇ ਜੋ ਸਾਡੇ ਸਮਾਜ ਵਿੱਚ, ਸਾਡੇ ਸਮੁਦਾਇ ਨੂੰ ਚਲਾਉਣ ਵਿੱਚ ਸਹਾਈ ਹੁੰਦੇ ਹਨ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਇਸ ਲਈ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਵੀ ਇੱਕ ਕਾਨੂੰਨ ਦੀ ਲੋੜ ਹੈ। ਇਹ ਕਾਨੂੰਨ ਮਨੁੱਖ ਆਪਣੀ ਰੋਜ਼ਮर्रा ਦੀ ਕੰਮਾਂ ਲਈ ਆਪ ਆਪਣੇ ਵਾਸਤੇ ਨਿਯਮ ਬਣਾ ਸਕਦਾ ਹੈ। ਸਾਡੇ ਸੰਵਿਧਾਨ ਨੂੰ ਲਾਗੂ ਕਰਾਉਣ ਵਾਸਤੇ ਸਾਡੇ ਕੋਲ ਨਿਆਂਪਾਲਿਕਾ ਹੈਗੀ ਆ। ਇਹ ਨਿਆਂਪਾਲਿਕਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਦਿੰਦੀ ਹੈ। ਭਾਰਤ ਵਿੱਚ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਨਿਯੁਕਤੀ ਤੋਂ ਪਹਿਲਾਂ
ਸੰਵਿਧਾਨ ਦੀ ਸਰਵ ਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਸੰਵਿਧਾਨ ਅਨੁਸਾਰ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਕੰਮ ਕਰਦੀਆਂ ਹਨ। ਕਾਨੂੰਨ ਦੀ ਪੈਰਵੀ ਲਈ ਨਿਆਂਪਾਲਿਕਾ ਭਾਵ ਸੁਪਰੀਮ ਕੋਰਟ, ਹਾਈ ਕੋਰਟ, ਸੈਸ਼ਨ ਕੋਰਟ ਦਾ ਗਠਨ ਕੀਤਾ ਗਿਆ ਹੈ। ਨਿਆਂਪਾਲਿਕਾ ਨੂੰ ਆਜ਼ਾਦ ਅਤੇ ਨਿਰਪੱਖ ਬਣਾਇਆ ਗਿਆ ਹੈ। ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ। ਜੇਕਰ ਅਸੀਂ ਸੰਵਿਧਾਨ ਵਿੱਚ ਦਰਜ ਕਾਨੂੰਨਾਂ ਦੀ ਉਲੰਘਣਾ ਕਰਦੇ ਹਾਂ ਤਾਂ ਸਾਨੂੰ ਇਹਨਾਂ ਨਿਆਂਪਾਲਿਕਾ ਦੁਆਰਾ ਸਜ਼ਾ ਦਿੱਤੀਆਂ ਜਾਂਦੀਆਂ ਹਨ। ਬੇਟਾ, ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਹੁਣ ਇਸ 26 ਜਨਵਰੀ ਦਾ ਹੀ ਦਿਨ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਕਿਉਂ ਚੁਣਿਆ ਗਿਆ? ਆਓ ਇਸ 26 ਜਨਵਰੀ ਦੇ ਦਿਨ ਦੀ ਮਹੱਤਤਾ ਨੂੰ ਆਪਾਂ ਦੇਖਦੇ ਹਾਂ। 31 ਦਸੰਬਰ 1929 ਈਸਵੀ ਨੂੰ ਰਾਵੀ ਦਰਿਆ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ। ਇਸ ਮਤੇ ਵਿੱਚ ਘੋਸ਼ਣਾ ਕੀਤੀ ਗਈ ਕਿ 26 ਜਨਵਰੀ 1930 ਦਾ ਦਿਹਾੜਾ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਤਰ੍ਹਾਂ ਹਰ ਸਾਲ 26 ਜਨਵਰੀ ਦਾ ਦਿਨ ਆਜ਼ਾਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਬੇਟਾ ਇੱਕ ਵਾਰ ਫਿਰ ਧਿਆਨ ਨਾਲ ਗੱਲ ਯਾਦ ਰੱਖਿਓ ਕਿ 26 ਜਨਵਰੀ 1930 ਦਾ ਦਿਹਾੜਾ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਹ ਮਤਾ 31 ਦਸੰਬਰ 1929 ਨੂੰ ਰਾਵੀ ਦਰਿਆ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀ। ਇਸੇ ਕਰਕੇ ਇਸ 26 ਜਨਵਰੀ ਦਾ ਦਿਨ ਜਿਹੜਾ ਸੀ ਉਹ ਨਿਸ਼ਚਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਹਰ ਸਾਲ 26 ਜਨਵਰੀ ਦਾ ਦਿਨ ਆਜ਼ਾਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ, ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਭਾਵ ਕਿ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਪਰ 26 ਜਨਵਰੀ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਪਿਆਰੇ ਬੱਚਿਓ, ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ ਸੀ? 26 ਨਵੰਬਰ 1949 ਨੂੰ। ਤੇ ਲਾਗੂ ਕਦੋਂ ਕੀਤਾ ਗਿਆ? 26 ਜਨਵਰੀ 1950 ਨੂੰ। ਸੰਵਿਧਾਨ ਸਭਾ ਦੀ ਅੰਤਿਮ ਬੈਠਕ 25 ਜਨਵਰੀ 1950 ਨੂੰ ਹੋਈ, ਜਿਸ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। ਇਸ ਤਰ੍ਹਾਂ 26 ਜਨਵਰੀ 1950 ਨੂੰ ਭਾਰਤ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਵਿਦਿਆਰਥੀਓ, ਸੰਵਿਧਾਨ ਅਤੇ ਲੋਕਤੰਤਰ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ। ਸੰਵਿਧਾਨ ਅਨੁਸਾਰ ਸਾਡੇ ਦੇਸ਼ ਵਿੱਚ ਪੂਰਨ ਲੋਕਤੰਤਰੀ ਢਾਂਚਾ ਲਾਗੂ ਕੀਤਾ ਗਿਆ ਹੈ। ਨਾਗਰਿਕਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ। ਜੇਕਰ ਸਰਕਾਰ ਲੋਕ ਹਿੱਤਾਂ ਦੇ ਖਿਲਾਫ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਇਸ ਦਾ ਵਿਰੋਧ ਕਰ ਸਕਦੇ ਹਨ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ
ਬ੍ਰਿਟਿਸ਼ ਸਰਕਾਰ ਦੁਆਰਾ ਬਣਾਏ ਕਾਲੇ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ ਸੀ। ਇਹਨਾਂ ਕਾਨੂੰਨਾਂ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ 5 ਅਪ੍ਰੈਲ 1930 ਨੂੰ ਡਾਂਡੀ ਨਾਮਕ ਸਥਾਨ 'ਤੇ ਲੂਣ ਬਣਾ ਕੇ ਲੂਣ ਕਾਨੂੰਨ ਨੂੰ ਤੋੜਿਆ ਗਿਆ। ਆਜ਼ਾਦੀ ਤੋਂ ਬਾਅਦ ਵੀ ਕਈ ਅੰਦੋਲਨ ਹੋਏ। ਇਹਨਾਂ ਵਿੱਚੋਂ ਸ਼ਰਾਬਬੰਦੀ ਮੁੱਖ ਸੀ। ਜੇਕਰ ਕਿਸੇ ਬੁਰੇ ਕਾਨੂੰਨ ਦਾ ਵਿਰੋਧਤਾ ਨਹੀਂ ਹੋਵੇਗੀ ਤਾਂ ਲੋਕਤੰਤਰੀ ਸਰਕਾਰ ਤਾਨਾਸ਼ਾਹ ਸਰਕਾਰ ਬਣ ਸਕਦੀ ਹੈ। ਤਾਨਾਸ਼ਾਹ ਸਰਕਾਰ ਵਿੱਚ ਇੱਕ ਹੀ ਮੁਖੀਆ ਹੁੰਦਾ ਹੈ ਅਤੇ ਉਸ ਦੁਆਰਾ ਲਾਗੂ ਕੀਤੀਆਂ ਗੱਲਾਂ ਹੀ ਸਾਰੇ ਦੇਸ਼ ਵਿੱਚ ਲਾਗੂ ਹੁੰਦੀਆਂ ਹਨ। ਵਿਦਿਆਰਥੀਓ, ਅਸੀਂ ਹੁਣ ਥੋੜ੍ਹਾ ਜਿਹਾ ਕੀਤੇ ਹੋਏ ਕੰਮ ਦੀ ਦੁਹਰਾਈ ਵੱਲ ਧਿਆਨ ਦਿੰਦੇ ਹਾਂ। ਖਾਲੀ ਥਾਵਾਂ ਵਿੱਚ ਕਾਨੂੰਨ ਸ਼ਬਦ ਦਾ ਅਰਥ ਡੈਸ਼ ਤੋਂ ਹੈ। ਬੇਟਾ ਕੀ ਸੀਗਾ? ਆਪਾਂ ਪੜ੍ਹਿਆ ਸੀ ਕਾਨੂੰਨ ਸ਼ਬਦ ਦਾ ਅਰਥ ਨਿਸ਼ਚਿਤ ਨਿਯਮ ਤੋਂ ਹੈ। ਸੰਵਿਧਾਨ ਸਭਾ ਦੇ ਕੁੱਲ ਡੈਸ਼ ਸਮਾਗਮ ਹੋਏ। ਬੇਟਾ ਸੰਵਿਧਾਨ ਸਭਾ ਦੇ ਕੁੱਲ 11 ਸਮਾਗਮ ਹੋਏ ਸਨ। ਤੁਸੀਂ ਪੁੱਤਰ ਜੀ ਆਪਣੀ ਕਾਪੀਆਂ ਦੇ ਵਿੱਚ ਨਾਲ ਇਹਨਾਂ ਨੂੰ ਨੋਟ ਵੀ ਕਰ ਸਕਦੇ ਹੋ। ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹਨ ਜਿਸ ਅਨੁਸਾਰ ਦੇਸ਼ ਦਾ ਡੈਸ਼ ਚਲਾਇਆ ਜਾਂਦਾ ਹੈ। ਸੰਵਿਧਾਨ ਅਨੁਸਾਰ ਦੇਸ਼ ਦਾ ਪੁੱਤਰ ਜੀ ਕੀ ਚਲਾਇਆ ਜਾਂਦਾ ਹੈ? ਰਾਜ ਪ੍ਰਬੰਧ। ਗਾਂਧੀ ਜੀ ਨੇ ਡੈਸ਼ ਸਥਾਨ ਤੇ ਨਮਕ ਕਾਨੂੰਨ ਤੋੜਿਆ। ਕਿਸ ਸਥਾਨ ਤੇ ਨਮਕ ਕਾਨੂੰਨ ਤੋੜਿਆ ਸੀ? ਡਾਂਡੀ ਨਾਮਕ ਸਥਾਨ ਤੇ। ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਡੈਸ਼ ਸੀ। 7 ਮੈਂਬਰ ਸਨ ਬੇਟਾ। ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਡੈਸ਼ ਚੁਣਿਆ ਗਿਆ। ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਸਨ। ਤੇ ਆਪਾਂ ਇਸ ਖਾਲੀ ਥਾਂ ਦੇ ਵਿੱਚ ਰਾਸ਼ਟਰਪਤੀ ਲਿਖਾਂਗੇ। ਡੈਸ਼ ਨੂੰ ਸੰਵਿਧਾਨ ਦੀ ਰੱਖਿਆ ਲਈ ਅਧਿਕਾਰ ਪ੍ਰਾਪਤ ਹਨ। ਨਾਗਰਿਕਾਂ ਨੂੰ ਸੰਵਿਧਾਨ ਦੀ ਰੱਖਿਆ ਵਾਸਤੇ ਅਧਿਕਾਰ ਪ੍ਰਾਪਤ ਹਨ। ਡੈਸ਼ ਅਤੇ ਕੇਰਲ ਸਰਕਾਰ ਦੁਆਰਾ ਸ਼ਰਾਬਬੰਦੀ ਕਾਨੂੰਨ ਪਾਸ ਕੀਤੇ ਹਨ। ਗੁਜਰਾਤ, ਹਰਿਆਣਾ ਅਤੇ ਕੇਰਲ ਸਰਕਾਰ ਦੁਆਰਾ ਸ਼ਰਾਬਬੰਦੀ ਲਈ ਕਾਨੂੰਨ ਪਾਸ ਕੀਤੇ ਹਨ। ਸੰਵਿਧਾਨ ਉਹ ਡੈਸ਼ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਬੇਟਾ ਤੁਸੀਂ ਇਹਨਾਂ ਐਕਸਰਸਾਈਜ਼ ਦੇ ਨਾਲ ਪਾਠ ਦੀ ਦੁਹਰਾਈ ਕਰਨੀ ਹੈ। ਇਸ ਕਰਕੇ ਧਿਆਨ ਨਾਲ ਤੁਸੀਂ ਇਹਨਾਂ ਨੂੰ ਆਪਣੀ ਕਾਪੀ ਵਿੱਚ ਨੋਟ ਵੀ ਕਰ ਸਕਦੇ ਹੋ। ਬੇਟਾ ਆਪਾਂ ਹੁਣ ਸਹੀ ਗਲਤ ਦੱਸਣਾ ਹੈ। ਭਾਰਤੀ ਸੰਵਿਧਾਨ 2 ਸਾਲ
11 ਮਹੀਨੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ। ਸਹੀ ਹੈ ਪੁੱਤਰ। ਇਹ ਨਾਗਰਿਕਾਂ ਨੂੰ ਸੰਵਿਧਾਨ ਅਨੁਸਾਰ ਕੋਈ ਅਧਿਕਾਰ ਪ੍ਰਾਪਤ ਨਹੀਂ ਹਨ। ਬੜਾ ਧਿਆਨ ਨਾਲ, ਨਾਗਰਿਕਾਂ ਨੂੰ ਸੰਵਿਧਾਨ ਅਨੁਸਾਰ ਕੋਈ ਅਧਿਕਾਰ ਪ੍ਰਾਪਤ ਨਹੀਂ ਹਨ। ਗਲਤ ਹੈ ਬੇਟਾ, ਇਹ ਸਾਨੂੰ ਅਧਿਕਾਰ ਮਿਲੇ ਹੋਏ ਨੇ। ਸੰਵਿਧਾਨ ਨੂੰ ਸਰਵੋੱਚ ਨਹੀਂ ਮੰਨਿਆ ਜਾਂਦਾ। ਇਹ ਵੀ ਬੇਟਾ ਗਲਤ ਹੈ। ਸੰਵਿਧਾਨ ਸਰਵੋੱਚ ਹੈ, ਜਿਸ ਦੇ ਅਨੁਸਾਰ ਸਾਰੇ ਕੰਮ ਕੀਤੇ ਜਾਂਦੇ ਹਨ। ਗਾਂਧੀ ਜੀ ਨੇ ਅੰਗਰੇਜ਼ ਸਰਕਾਰ ਖਿਲਾਫ ਕਈ ਅੰਦੋਲਨ ਚਲਾਏ। ਠੀਕ ਹੈ ਬੇਟਾ। ਡਾਂਡੀ ਯਾਤਰਾ ਵਿੱਚ ਨਮਕ ਕਾਨੂੰਨ ਬਾਰੇ ਆਪਾਂ ਪੜ੍ਹਿਆ ਹੈ। ਉਹਨਾਂ ਨੇ ਕਈ ਅੰਦੋਲਨ ਅੰਗਰੇਜ਼ ਸਰਕਾਰ ਦੇ ਖਿਲਾਫ ਚਲਾਏ ਸਨ। ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ। ਬਿਲਕੁਲ ਠੀਕ ਹੈ ਬੇਟਾ। ਸੰਵਿਧਾਨ ਦੀ ਰੱਖਿਆ ਸਾਡੀ ਨਿਆਂਪਾਲਿਕਾ ਦੁਆਰਾ ਕੀਤੀ ਜਾਂਦੀ ਹੈ। ਬੇਟਾ ਇਹਨਾਂ ਨੂੰ ਤੁਸੀਂ ਨਾਲ ਆਪਣੀ ਕਾਪੀਆਂ ਵਿੱਚ ਜਾਂ ਕਿਸੇ ਪੇਜ ਦੇ ਉੱਪਰ ਲਿਖ ਸਕਦੇ ਹੋ। अगला बेटा, नमक कानून तोड़ना ना मिलवर्तन अंदोलन दा हिस्सा सी। गलत है बेटा। है आज़ादी मिलन तो पहला संविधानक कमेटी दी रचना कीती गई। आज़ादी मिलन तो पहला संविधानक कमेटी दी रचना कीती गई। ये भी गलत है बेटा। हर संस्था ਨੂੰ ਨਿਯਮਿਤ ਕਰਨ ਲਈ ਕਾਨੂੰਨਾਂ ਦੀ ਲੋੜ ਪੈਂਦੀ ਹੈ। ਬਿਲਕੁਲ ਠੀਕ ਹੈ ਬੇਟਾ। ਇਹ ਅਸੀਂ ਆਪਣੇ ਸਕੂਲ ਦੀ ਉਦਾਹਰਨ ਲੈ ਸਕਦੇ ਹਾਂ ਕਿ ਸਾਡੀ ਸਕੂਲ ਦੀ ਸੰਸਥਾ ਨੂੰ ਚਲਾਉਣ ਵਾਸਤੇ ਅਸੀਂ ਕੁਝ ਨਿਯਮਾਂ ਦੀ ਪਾਲਣਾ ਕਰਦੇ ਹਾਂ। ਦਾਜ ਲੈਣਾ ਅਤੇ ਦੇਣਾ ਕਾਨੂੰਨ ਦੀ ਨਜ਼ਰ ਵਿੱਚ जुर्म करार दिता गया है। ठीक है बेटा, ये भी बिल्कुल सही है। बंगाल दी वंड 1905 ईस्वी विच कीती गई। बिल्कुल ठीक है बेटा। बंगाल नूं 1905 विच दो हिस्सिਆਂ ਵਿੱਚ ਵੰਡ ਦਿੱਤਾ ਗਿਆ ਸੀ। ਬਹੁ ਵਿਕਲਪੀ ਪ੍ਰਸ਼ਨ ਆ ਬੇਟਾ, ਇਹਨਾਂ ਨੂੰ ਧਿਆਨ ਨਾਲ ਦੇਖਣਾ। ਤੁਸੀਂ ਕਈ ਪ੍ਰਤੀਯੋਗਿਤਾਵਾਂ ਵਿੱਚ ਆਉਂਦੇ ਸਾਲ ਵਿੱਚ ਭਾਗ ਲੈਣਾ ਹੈ। ਉਸ ਸਮੇਂ ਤੁਹਾਨੂੰ ਉੱਥੇ ਇਸ ਤਰ੍ਹਾਂ ਦੇ ਬਹੁ ਵਿਕਲਪੀ ਪ੍ਰਸ਼ਨ ਮਿਲਣਗੇ। ਭਾਰਤ ਕਦੋਂ ਆਜ਼ਾਦ ਹੋਇਆ? ਤਾਂ ਥੱਲੇ ਆਪਸ਼ਨਸ ਦੇਖੋ ਧਿਆਨ ਨਾਲ। 26 ਜਨਵਰੀ 1950, 26 ਜਨਵਰੀ 1947, 15 ਅਗਸਤ 1947 ਅਤੇ 27 ਅਗਸਤ 1948। ਬੇਟਾ ਧਿਆਨ ਨਾਲ, ਭਾਰਤ ਕਦੋਂ ਆਜ਼ਾਦ ਹੋਇਆ? ਬਿਲਕੁਲ ਠੀਕ, 15 ਅਗਸਤ 1947 ਨੂੰ ਆਜ਼ਾਦ ਹੋਇਆ। ਪੁੱਤਰ ਦੂਸਰਾ, ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਾ? ਬੇਟਾ ਆਪਾਂ ਪੜ੍ਹਿਆ ਸੀਗਾ, ਦੱਸੋ। 3 ਸਾਲ 15 ਦਿਨ ਲੱਗੇ, 5 ਸਾਲ 18 ਮਹੀਨੇ 11 ਦਿਨ ਲੱਗੇ ਸਨ, ਜਾਂ 2 ਸਾਲ 11 ਮਹੀਨੇ 18 ਦਿਨ ਲੱਗੇ ਸਨ? ਠੀਕ ਹੈ ਬੇਟਾ, ਬਿਲकुल ठीक, 18 साल 11 महीने 18 दिन। अगला देखो, ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ? 26 ਜਨਵਰੀ 1930 ਨੂੰ, 26 ਜਨਵਰੀ 1940 ਨੂੰ, 26 ਜਨਵਰੀ 1950 ਨੂੰ, ਜਾਂ 26 ਜਨਵਰੀ 1960 ਨੂੰ? ਪ੍ਰਸ਼ਨ ਧਿਆਨ ਨਾਲ ਦੇਖਿਓ ਬੇਟਾ। ਭਾਰਤ ਕਦੋਂ ਪੂਰਨ ਰੂਪ ਵਿੱਚ
ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਸੰਪੂਰਨ ਰੂਪ ਵਿੱਚ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬੇਟਾ 26 ਜਨਵਰੀ 1950 ਨੂੰ ਬਣਿਆ ਸੀ। ਚੌਥਾ, ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? 15, 9, 13, 7। ਕੁਝ ਬੱਚਿਆਂ ਨੇ ਬਿਲਕੁਲ ਸਹੀ ਜਵਾਬ ਦਿੱਤਾ, 7 ਸੀ। ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ? ਆਪਸ਼ਨਸ ਬੇਟਾ ਧਿਆਨ ਨਾਲ, 31 ਦਸੰਬਰ 1930, 29 ਦਸੰਬਰ 1926, 31 ਦਸੰਬਰ 1929, 30 ਦਸੰਬਰ 1929। ਬੇਟਾ ਇਹਦਾ ਉੱਤਰ ਹੈਗਾ ਆ 31 ਦਸੰਬਰ 1929 ਨੂੰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਮਹਾਤਮਾ ਗਾਂਧੀ ਦੁਆਰਾ 1920 ਈਸਵੀ ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ ਸੀ? ਨਾ ਮਿਲਵਰਤਨ, ਸਿਵਲ ਨਾਫਰਮਾਨੀ, ਭਾਰਤ ਛੱਡੋ ਅੰਦੋਲਨ ਜਾਂ ਕੋਈ ਨਹੀਂ। ਮਹਾਤਮਾ ਗਾਂਧੀ ਜੀ ਦੁਆਰਾ 1920 ਈਸਵੀ ਵਿੱਚ ਨਾ ਮਿਲਵਰਤਨ ਅੰਦੋਲਨ ਚਲਾਇਆ ਗਿਆ ਸੀਗਾ। ਨਾ ਮਿਲਵਰਤਨ ਅੰਦੋਲਨ ਸਾਡਾ ਸਹੀ ਉੱਤਰ ਹੈ। ਮਹਾਤਮਾ ਗਾਂਧੀ ਨੇ ਕਿਸ ਸਥਾਨ ਤੇ ਨਮਕ ਕਾਨੂੰਨ ਤੋੜਿਆ? ਬੇਟਾ ਉੱਤਰ ਦੇਖੋ ਧਿਆਨ ਨਾਲ, ਪੋਰਬੰਦਰ ਵਿੱਚ, ਮਦਰਾਸ ਵਿੱਚ, ਡਾਂਡੀ ਨਾਮਕ ਜਗ੍ਹਾ ਤੇ ਜਾਂ ਦਿੱਲੀ ਵਿੱਚ। ਡਾਂਡੀ ਨਾਮਕ ਸਥਾਨ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ਸੀ। ਤੁਸੀਂ ਬੇਟਾ ਨਾਲ ਨਾਲ ਆਪਣੀ ਕਾਪੀਆਂ ਵਿੱਚ ਲਿਖ ਵੀ ਸਕਦੇ ਹੋ। ਮਸੌਦਾ ਕਮੇਟੀ ਦਾ ਪ੍ਰਧਾਨ ਕੌਣ ਸੀ? ਉੱਤਰ ਦੇਖੋ ਬੇਟਾ ਧਿਆਨ ਨਾਲ, ਡਾਕਟਰ ਰਾਜਿੰਦਰ ਪ੍ਰਸਾਦ, ਡਾਕਟਰ ਭੀਮ ਰਾਓ ਅੰਬੇਡਕਰ, ਪੰਡਿਤ ਨਹਿਰੂ ਜਾਂ ਕੋਈ ਨਹੀਂ। ਮਸੌਦਾ ਕਮੇਟੀ ਦੇ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਡਕਰ ਸਨ। ਸੰਵਿਧਾਨ ਅਨੁਸਾਰ ਕੰਮ ਨਾ ਕਰਨ ਵਾਲੀ ਸੰਸਥਾ ਨੂੰ ਕੀ ਘੋਸ਼ਿਤ ਕੀਤਾ ਜਾਂਦਾ ਹੈ? ਗੈਰ ਕਾਨੂੰਨੀ, ਦਿਵਾਲੀਆ, ਗੈਰ ਸੰਵਿਧਾਨਕ ਜਾਂ ਉਕਤ ਸਾਰੀ। ਸੰਵਿਧਾਨ ਅਨੁਸਾਰ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਸੰਸਥਾਵਾਂ ਨੂੰ ਅਸੀਂ ਕੀ ਕਹਿੰਦੇ ਹਾਂ? ਗੈਰ ਸੰਵਿਧਾਨਕ ਸੰਸਥਾਵਾਂ ਕਹਿੰਦੇ ਹਾਂ। ਵਿਦਿਆਰਥੀਓ, ਭਾਰਤ ਵਿੱਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਅਨੁਪਾਤ ਕੀ ਹੈ? ਧਿਆਨ ਨਾਲ ਪ੍ਰਸ਼ਨ ਸੁਣੋ। ਭਾਰਤ ਵਿੱਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਅਨੁਪਾਤ ਕੀ ਹੈ? ਕੀ ਮੁੰਡੇ ਕੁੜੀਆਂ ਨਾਲੋਂ ਗਿਣਤੀ ਵਿੱਚ ਘੱਟ ਹਨ, ਵੱਧ ਹਨ, ਬਰਾਬਰ ਹਨ ਜਾਂ ਗੈਰ ਨਿਰਧਾਰਿਤ ਹਨ? ਆਪਣੇ ਦੇਸ਼ ਵਿੱਚ ਮੁੰਡਿਆਂ ਦੀ ਗਿਣਤੀ ਕੁੜੀਆਂ ਦੇ ਮੁਕਾਬਲੇ ਵੱਧ ਹੈ। ਇਸ ਦਾ ਉੱਤਰ ਵੱਧ ਆਵੇਗਾ। ਬੇਟਾ ਸਹੀ ਮਿਲਾਨ ਕਰਨੇ ਹਨ। ਦਾਜ ਰੋਕੋ ਕਾਨੂੰਨ 1961 ਦੇ ਵਿੱਚ ਲਾਗੂ ਹੋਇਆ ਸੀ। ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ। ਦਾਂਡੀ ਅੰਦੋਲਨ 1930 ਵਿੱਚ ਹੋਇਆ ਸੀ। ਬੰਗਾਲ ਦੀ ਵੰਡ 1905 ਵਿੱਚ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ। ਸਿਵਲ ਨਾਫਰਮਾਨੀ 1930 ਈਸਵੀ ਦੇ ਵਿੱਚ। ਨਾ ਮਿਲਵਰਤਨ ਅੰਦੋਲਨ 1920 ਈਸਵੀ ਵਿੱਚ। ਭਾਰਤ ਛੱਡੋ ਅੰਦੋਲਨ 1942 ਈਸਵੀ ਵਿੱਚ ਤੇ ਸੰਵਿਧਾਨ ਸਭਾ ਦੀ ਅੰਤਿਮ ਬੈਠਕ 25 ਜਨਵਰੀ 1950 ਈਸਵੀ ਨੂੰ ਹੋਈ ਸੀ। ਤੁਸੀਂ ਬੇਟਾ ਇਹਨਾਂ ਚਿੱਤਰਾਂ ਰਾਹੀਂ ਵੀ ਇਸ ਪਾਠ ਦੀ ਦੁਹਰਾਈ ਕਰ ਸਕਦੇ ਹੋ। ਪਹਿਲੀ ਤਸਵੀਰ, ਹਾਂਜੀ ਠੀਕ ਹੈ ਜੀ, ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਹੈ। ਦੂਸਰੀ ਤਸਵੀਰ ਵਿੱਚ ਮਹਾਤਮਾ ਗਾਂਧੀ ਜੀ ਦਿਖਾਈ ਦੇ ਰਹੇ ਹਨ। ਤੀਸਰੀ ਤਸਵੀਰ ਭਾਰਤ ਦੇ ਸੰਵਿਧਾਨ ਦੀ ਹੈ ਜੀ।
ਤੇ ਚੌਥੀ ਤਸਵੀਰ ਸਾਡੇ ਤਿਰੰਗੇ ਦੀ, ਸਾਡੇ ਤਿਰੰਗੇ ਝੰਡੇ ਦੀ ਤਸਵੀਰ ਹੈ ਜੀ। ਵਿਦਿਆਰਥੀਓ, ਤੁਸੀਂ ਇਸ ਪਾਠ ਵਿੱਚ ਜੋ ਕੁਝ ਸੁਣਿਆ ਉਸ ਦੀ ਦੁਹਰਾਈ ਜ਼ਰੂਰ ਕਰ ਲੈਣਾ।